ਪਿਆਰੇ ਵਿਦਿਆਰਥੀਓ, ਖਾਲਸਾ ਕਾਲਜ ਪਟਿਆਲਾ ਦੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੜ੍ਹਾਂਗੇ ਰਾਜ, ਪਰਿਭਾਸ਼ਾ ਅਤੇ ਤੱਤ, ਸਟੇਟ ਮੀਨਿੰਗ ਐਂਡ ਡੈਫੀਨੇਸ਼ਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਰਾਜ ਦੀ ਲੋੜ ਕਿਉਂ ਪਈ। ਅਰਸਤੂ ਅਨੁਸਾਰ ਰਾਜ ਦਾ ਜਨਮ ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੋਇਆ। ਇਸੇ ਤਰ੍ਹਾਂ ਪ੍ਰਸਿੱਧ ਵਿਦਵਾਨ ਗਾਰਨਰ ਨੇ ਦੱਸਿਆ ਹੈ ਕਿ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਰਾਜ ਸ਼ਬਦ ਨੂੰ ਅੰਗਰੇਜ਼ੀ ਵਿੱਚ ਸਟੇਟ ਕਿਹਾ ਜਾਂਦਾ ਹੈ ਅਤੇ ਸਟੇਟ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਸਟੇਟਸ ਤੋਂ ਨਿਕਲਿਆ ਹੈ ਜਾਂ ਬਣਿਆ ਹੈ। ਲਾਤੀਨੀ ਭਾਸ਼ਾ ਵਿੱਚ ਸਟੇਟਸ ਦਾ ਅਰਥ ਦੂਜਿਆਂ ਦੇ ਮੁਕਾਬਲੇ ਉੱਚਾ ਪੱਧਰ ਜਾਂ ਉੱਚਾ ਸਟੇਟਸ ਹੁੰਦਾ ਹੈ। ਸੋ ਸ਼ਬਦੀ ਅਰਥਾਂ ਦੇ ਪੱਖ ਤੋਂ ਰਾਜ ਉਸ ਸੰਗਠਨ ਦਾ ਨਾਂ ਹੈ ਜਿਸ ਦਾ ਰੁਤਬਾ ਜਾਂ ਪੱਧਰ ਦੂਜੇ ਸੰਗਠਨਾਂ ਜਾਂ ਲੋਕਾਂ ਦੇ ਰੁਤਬੇ ਜਾਂ ਪੱਧਰ ਤੋਂ ਉੱਚਾ ਹੋਵੇ। ਰਾਜ ਸ਼ਬਦ ਦੀ ਵਰਤੋਂ ਪਹਿਲੀ ਵਾਰੀ 1523 ਈਸਵੀ ਵਿੱਚ ਮੈਕਿਆਵਲੀ ਨਾਂ ਦੇ ਵਿਦਵਾਨ ਦੀ ਪੁਸਤਕ ਦਾ ਪ੍ਰਿੰਸ ਵਿੱਚ ਕੀਤੀ ਗਈ। ਕਈ ਵਾਰੀ ਅਸੀਂ ਰਾਜ ਸ਼ਬਦ ਦੀ ਵਰਤੋਂ ਸਰਕਾਰ, ਰਾਸ਼ਟਰ, ਸਮਾਜ, ਸੰਘ ਆਦਿ ਲਈ ਵੀ ਕਰਦੇ ਹਾਂ, ਜੋ ਕਿ ਅਣਉਚਿਤ ਅਤੇ ਗਲਤ ਹੈ। ਜਦੋਂ ਅਸੀਂ ਰਾਜ ਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਗਿਲਕ੍ਰਾਈਸਟ ਅਨੁਸਾਰ ਜਿੱਥੇ ਕੁਝ ਲੋਕ ਨਿਸ਼ਚਿਤ ਖੇਤਰ ਵਿੱਚ ਇੱਕ ਸੰਗਠਨ ਸਰਕਾਰ ਦੇ ਅਧੀਨ ਹੋਣ ਅਤੇ ਉਹ ਸਰਕਾਰ ਅੰਦਰੂਨੀ ਮਾਮਲਿਆਂ ਵਿੱਚ ਉਹਨਾਂ ਦੀ ਪ੍ਰਭੂ ਸੱਤਾ ਦੇ ਪ੍ਰਗਟਾਵੇ ਦਾ ਸਾਧਨ ਹੋਵੇ ਅਤੇ ਬਾਹਰਲੇ ਮਾਮਲਿਆਂ ਵਿੱਚ ਹੋਰ ਸਰਕਾਰਾਂ ਤੋਂ ਸੁਤੰਤਰ ਹੋਵੇ ਤਾਂ ਉਹ ਰਾਜ ਹੁੰਦਾ ਹੈ। ਇਸੇ ਤਰ੍ਹਾਂ ਗਾਰਨਰ ਨੇ ਦੱਸਿਆ ਕਿ ਰਾਜ ਥੋੜ੍ਹੇ ਜਾਂ ਬਹੁਤੇ ਲੋਕਾਂ ਦਾ ਇੱਕ ਅਜਿਹਾ ਸਮੂਹ ਹੈ ਜੋ ਧਰਤੀ ਦੇ ਨਿਸ਼ਚਿਤ ਭਾਗ ਵਿੱਚ ਸਥਾਈ ਰੂਪ ਵਿੱਚ ਵਸਦਾ ਹੋਵੇ, ਬਾਹਰਲੇ ਕੰਟਰੋਲ ਤੋਂ ਪੂਰੀ ਤਰ੍ਹਾਂ ਜਾਂ ਲਗਭਗ ਸੁਤੰਤਰ ਹੋਵੇ, ਜਿਸ ਦੀ ਆਪਣੀ ਇੱਕ ਅਜਿਹੀ ਸੰਗਠਿਤ ਸਰਕਾਰ ਹੋਵੇ ਜਿਸ ਦੀ ਆਗਿਆ ਦਾ ਪਾਲਣ ਉੱਥੋਂ ਦੇ ਵਾਸੀ ਸੁਭਾਵਿਕ ਰੂਪ ਵਿੱਚ ਕਰਦੇ ਹੋਣ। ਫਿਰ ਅਸੀਂ ਗੱਲ ਕਰਦੇ ਹਾਂ ਕਿ ਰਾਜ ਦੇ ਜ਼ਰੂਰੀ ਤੱਤਾਂ ਦੀ। ਰਾਜ ਦੇ ਲਈ 4 ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਸਭ ਤੋਂ ਪਹਿਲਾ ਤੱਤ ਹੈ ਪਾਪੂਲੇਸ਼ਨ ਜਾਂ ਵਸੋਂ। ਵਸੋਂ ਰਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ, ਜਿਸ ਤੋਂ ਬਿਨਾਂ ਰਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਸੋਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ, ਇਹਦੇ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਆਪਣੇ ਪੇਸ਼ ਕੀਤੇ ਨੇ। ਰਾਜ ਦੀ ਜਿਹੜੀ ਵਸੋਂ ਹੈ ਉਹ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿ ਲੋਕਾਂ ਦੇ ਲਈ ਜਿਹੜੀਆਂ ਜ਼ਰੂਰੀ ਲੋੜਾਂ ਨੇ ਲੋਕਾਂ ਦੀਆਂ ਉਹੀ ਉਸ ਏਰੀਏ ਦੇ ਵਿੱਚੋਂ ਉਹ ਜਾਂ ਉਸ ਸਟੇਟ ਦੇ ਵਿੱਚੋਂ ਉਹ ਪੂਰੀਆਂ ਨਾ ਹੋ ਸਕਣ। ਨਾ ਹੀ ਰਾਜ ਦੀ ਵਸੋਂ ਇੰਨੀ ਘੱਟ ਹੋਣੀ ਚਾਹੀਦੀ ਹੈ ਕਿ ਉਹ ਰਾਜ ਦੀਆਂ ਸਰਹੱਦਾਂ ਦੀ ਰਾਖੀ ਨਾ ਕਰ ਸਕੇ। ਦੂਸਰਾ ਜੋ ਜ਼ਰੂਰੀ ਤੱਤ ਹੈ ਉਹ ਹੈ ਨਿਸ਼ਚਿਤ ਭੂਮੀ। ਨਿਸ਼ਚਿਤ ਭੂਮੀ ਬਾਰੇ ਵੀ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ ਕਿ ਭੂਮੀ ਦਾ ਸਾਈਜ਼ ਕੀ ਹੋਣਾ ਚਾਹੀਦਾ ਹੈ, ਕਿੰਨੀ ਭੂਮੀ ਹੋਣੀ ਚਾਹੀਦੀ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਭੂਮੀ ਵਸੋਂ ਦੇ ਅਕੋਰਡਿੰਗ ਹੋਵੇ ਕਿ ਇੰਨੀ ਕੁ ਭੂਮੀ ਹੋਣੀ ਚਾਹੀਦੀ ਹੈ ਜਿਹਦੇ 'ਚ ਵਸੋਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਹੋ ਸਕਣ, ਅਤੇ ਭੂਮੀ ਦੀ ਕੁਆਲਿਟੀ ਹੈ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਹੈ, ਜਿਹਦੇ 'ਚ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਨੈਚੁਰਲ ਰਿਸੋਰਸ ਨੇ ਉਹ ਵੱਧ ਤੋਂ ਵੱਧ ਹੋਣ। ਤੀਸਰਾ ਜਿਹੜਾ ਤੱਤ ਹੈ ਉਹ ਹੈ ਸਰਕਾਰ। ਸਰਕਾਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਇੱਕ ਨਿਸ਼ਚਿਤ ਇਲਾਕੇ 'ਚ ਵਸਦੇ ਲੋਕਾਂ ਦਾ ਸਮੂਹ ਉਦੋਂ ਤੱਕ ਰਾਜ ਨਹੀਂ ਅਖਵਾ ਸਕਦਾ ਜਦੋਂ ਤੱਕ ਉਹਦੀ ਆਪਣੀ ਇੱਕ ਸਰਕਾਰ ਨਾ ਹੋਵੇ, ਕਿਉਂਕਿ ਸਰਕਾਰ ਹੀ ਇੱਕ ਅਜਿਹਾ ਸੰਗਠਨ ਹੁੰਦੀ ਹੈ ਜਿਸ ਦੁਆਰਾ ਰਾਜ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਜਾਂ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ ਜਾਂ ਰਾਜ ਦੇ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾਂਦੀ ਹੈ। ਰਾਜ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ, ਉਹ ਲੋਕਤੰਤਰੀ ਹੋ ਸਕਦੀ ਹੈ, ਉਹ ਰਾਜਤੰਤਰ ਹੋ ਸਕਦਾ ਹੈ, ਉਹ ਤਾਨਾਸ਼ਾਹੀ ਹੋ ਸਕਦੀ ਹੈ। ਸੋ ਸਰਕਾਰ ਦੀ ਹੋਂਦ ਜ਼ਰੂਰੀ ਹੈ, ਉਹ ਕਿਸੇ ਵੀ ਰੂਪ ਵਿੱਚ ਹੋਵੇ। ਚੌਥਾ ਜਿਹੜਾ ਤੱਤ ਹੈ ਉਹ ਹੈ ਪ੍ਰਭੂ ਸੱਤਾ। ਪ੍ਰਭੂ ਸੱਤਾ ਨੂੰ ਵੀ ਰਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ। ਪ੍ਰਭੂ ਸੱਤਾ 2 ਪ੍ਰਕਾਰ ਦੀ ਹੁੰਦੀ ਹੈ, ਅੰਦਰੂਨੀ ਤੇ ਬਾਹਰਲੀ, ਇੰਟਰਨਲ ਤੇ ਐਕਸਟਰਨਲ। ਇੰਟਰਨਲ ਜਾਂ ਅੰਦਰੂਨੀ ਪ੍ਰਭੂ ਸੱਤਾ ਤੋਂ ਭਾਵ ਹੈ ਕਿ ਰਾਜ ਆਪਣੇ ਖੇਤਰ ਦੇ ਵਿੱਚ ਵਸਦੇ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉੱਪਰ ਹੁੰਦਾ ਹੈ
ਅਤੇ ਸਾਰਿਆਂ ਲਈ ਰਾਜ ਦੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਜੋ ਵਿਅਕਤੀ ਰਾਜ ਦੀ ਆਗਿਆ ਦਾ ਪਾਲਣ ਨਹੀਂ ਕਰਦੇ ਉਹਨਾਂ ਨੂੰ ਰਾਜ ਵੱਲੋਂ ਦੰਡ ਜਾਂ ਸਜ਼ਾ ਜਾਂ ਪਨਿਸ਼ਮੈਂਟ ਹੈ ਜਿਹੜੀ ਦਿੱਤੀ ਜਾ ਸਕਦੀ ਹੈ। ਬਾਹਰਲੀ ਪ੍ਰਭੂ ਸੱਤਾ ਤੋਂ ਭਾਵ ਹੁੰਦਾ ਹੈ ਕਿ ਬਾਹਰਲੀ ਪ੍ਰਭੂ ਸੱਤਾ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਰਾਜ ਬਾਹਰਲੇ ਜਾਂ ਦੂਜੇ ਦੇਸ਼ਾਂ ਦੇ ਕੰਟਰੋਲ ਤੋਂ ਸੁਤੰਤਰ ਹੋਵੇ, ਰਾਜ ਕਿਸੇ ਦੂਸਰੇ ਰਾਜ ਦੇ ਕੰਟਰੋਲ ਦੇ ਅਧੀਨ ਨਾ ਹੋਵੇ। ਸੋ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਰਾਜ ਦੇ ਕੁਝ ਗੈਰ ਜ਼ਰੂਰੀ ਤੱਤਾਂ ਦੀ, ਜਿਹਦੇ 'ਚ ਸਭ ਤੋਂ ਪਹਿਲਾਂ ਅਸੀਂ ਮੰਨਦੇ ਹਾਂ ਕਿ ਸਥਿਰਤਾ ਜਾਂ ਪਰਮਾਨੈਂਸ ਹੋਣਾ। ਸਟੇਟ ਆ ਜਿਹੜਾ ਉਹ ਪਰਮਾਨੈਂਟ ਹੋਣਾ ਚਾਹੀਦਾ, ਰਾਜ ਹਮੇਸ਼ਾ ਸਥਾਈ ਹੁੰਦਾ। ਜੇ ਇਹ ਇੱਦਾਂ ਦੀ ਸਿਚੁਏਸ਼ਨ ਹੋਵੇ ਕਿ ਇੱਕ ਰਾਜ ਦੂਸਰੇ ਰਾਜ ਦੇ ਉੱਤੇ ਹਮਲਾ ਕਰਕੇ ਉਹਨੂੰ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲੈਂਦਾ, ਤਾਂ ਜਿੱਥੇ ਇੱਕ ਰਾਜ ਦਾ ਅੰਤ ਹੁੰਦਾ ਤਾਂ ਉਹਦੇ ਨਾਗਰਿਕ ਨੇ ਜਿਹੜੇ ਉਹ ਆਟੋਮੈਟਿਕਲੀ ਦੂਸਰੇ ਸਟੇਟ ਦੇ ਮੈਂਬਰ ਬਣ ਜਾਂਦੇ ਨੇ। ਦੂਸਰਾ ਜਿਹੜਾ ਤੱਤ ਹੈ ਉਹ ਹੈ ਸਮਾਨਤਾ। ਸਮਾਨਤਾ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕੋਈ ਦੇਸ਼ ਬੇਸ਼ੱਕ ਕਿੰਨਾ ਜਾਂ ਕੋਈ ਸਟੇਟ ਕਿੰਨਾ ਮਰਜ਼ੀ ਵੱਡਾ ਹੋਵੇ, ਬਟ ਉਹਦੇ 'ਚ ਇਹ ਨਹੀਂ ਹੋਊਗਾ ਕਦੇ ਕਿ ਉਹਨੂੰ ਕੋਈ ਸਪੈਸ਼ਲ ਸਟੇਟਸ ਮਿਲਿਆ ਹੋਵੇ ਦੂਜੇ ਸਟੇਟਾਂ ਦੇ ਮੁਕਾਬਲੇ। ਤਾਂ ਰਾਜ ਦਾ ਜਿਹੜਾ ਸਟੇਟਸ ਹੈ ਸਾਰੇ ਸਟੇਟਸ ਦਾ ਉਹ ਇਕੁਅਲ ਹੁੰਦਾ ਹੈ। ਸਾਰੇ ਕਿਸੇ ਵੀ ਰਾਜ ਨੂੰ ਉੱਚਾ ਨੀਵਾਂ ਨਹੀਂ ਸਮਝਿਆ ਜਾਂਦਾ। ਜੇ ਕਿਸੇ ਸਟੇਟ ਨੂੰ ਜਿਹੜੀ ਇਕੁਐਲਿਟੀ ਜਾਂ ਸਮਾਨਤਾ ਦਾ ਦਰਜਾ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਰਾਜ ਅਖਵਾਉਣ ਦੇ ਯੋਗ ਨਹੀਂ ਹੁੰਦਾ। ਤੀਸਰਾ ਜਿਹੜਾ ਤੱਤ ਹੈ ਉਹ ਹੈ ਮਾਨਤਾ। ਮਾਨਤਾ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕੋਈ ਵੀ ਸਟੇਟ ਉਦੋਂ ਤੱਕ ਸਟੇਟ ਨਹੀਂ ਅਖਵਾ ਸਕਦਾ ਜਦੋਂ ਤੱਕ ਦੂਜੇ ਸਟੇਟ ਉਹਨੂੰ ਰਿਕੋਗਨਾਈਜ਼ ਨਾ ਕਰਨ। ਇਹਦੇ ਸੰਬੰਧੀ ਜਿਹੜੇ ਉਪਨਹੇਮ ਵਿਦਵਾਨ ਨੇ ਉਹਨਾਂ ਨੇ ਆਪਣੇ ਵਿਚਾਰ ਦੇ ਵਿੱਚ ਕਿਹਾ ਕਿ ਰਾਜ ਨੂੰ ਇੱਕ ਪੂਰਨ ਰਾਜ ਦਾ ਦਰਜਾ ਪ੍ਰਾਪਤ ਕਰਨ ਲਈ ਉਹਨੂੰ ਦੂਸਰੇ ਰਾਜਾਂ ਦੀ ਮਾਨਤਾ ਮਿਲਣੀ ਬਹੁਤ ਜ਼ਰੂਰੀ ਹੈ। ਤੇ ਲਾਸਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਏਕਤਾ ਜਾਂ ਯੂਨਿਟੀ ਦੀ। ਏਕਤਾ ਨੂੰ ਵੀ ਰਾਜ ਦਾ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ। ਏਕਤਾ ਤੋਂ ਭਾਵ ਕੀ ਹੈ ਕਿ ਇੱਕ ਨਿਸ਼ਚਿਤ ਭੂਮੀ ਤੇ ਜਿਹੜੇ ਲੋਕ ਵਸਦੇ ਨੇ ਉਹ ਇੱਕ ਪ੍ਰਭੂ ਜਾਂ ਇੱਕ ਸੌਰਨ ਦੇ ਅਧੀਨ ਹੋਣ, ਉਹਨਾਂ 'ਚ ਯੂਨਿਟੀ ਹੋਵੇ, ਆਪਸ ਦੇ ਵਿੱਚ ਮਿਲ ਜੁਲ ਕੇ ਰਹਿੰਦੇ ਹੋਣ। ਤੇ ਲਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਰਾਜ ਦਾ ਸਭ ਤੋਂ ਜ਼ਰੂਰੀ ਤੱਤ ਕਿਹੜਾ ਹੈ। ਰਾਜ ਦੇ ਸਾਰੇ ਤੱਤ ਜਿਹੜੇ ਆਪਾਂ ਪਹਿਲਾਂ ਕੀਤੇ ਨੇ ਕਿ 4 ਤੱਤ ਜਿਹਦੇ 'ਚ ਵਸੋਂ ਹੈ, ਉਹਦਾ ਨਿਸ਼ਚਿਤ ਇਲਾਕਾ, ਸਰਕਾਰ ਤੇ ਪ੍ਰਭੂ ਸੱਤਾ, ਚਾਰੇ ਤੱਤ ਜ਼ਰੂਰੀ ਨੇ। ਚਾਰੇ ਤੱਤਾਂ ਤੋਂ ਬਿਨਾਂ ਰਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਫਿਰ ਵੀ ਅਸੀਂ ਇਹ ਮੰਨਦੇ ਹਾਂ ਕਿ ਜੇ ਸਭ ਤੋਂ ਜ਼ਰੂਰੀ ਤੱਤ ਕਿਸੇ ਤੱਤ ਨੂੰ ਕਹਿਣਾ ਹੋਵੇ ਤਾਂ ਅਸੀਂ ਪ੍ਰਭੂ ਸੱਤਾ ਨੂੰ ਮੰਨਦੇ ਹਾਂ। ਕਿਉਂਕਿ ਪ੍ਰਭੂ ਸੱਤਾ ਹੀ ਇੱਕ ਅਜਿਹਾ ਤੱਤ ਹੁੰਦਾ ਜਿਹੜਾ ਕਿਸੇ ਹੋਰ ਸੰਸਥਾ ਦੇ ਕੋਲੇ ਨਹੀਂ ਹੁੰਦਾ, ਸਿਰਫ ਤੇ ਸਿਰਫ ਰਾਜ ਕੋਲੇ ਹੁੰਦਾ ਹੈ। ਤੇ ਇਸੇ ਤੱਤ ਦੇ ਆਧਾਰ ਤੇ ਰਾਜ ਨੂੰ ਅਸੀਂ ਸਮਾਜ ਤੋਂ ਜਾਂ ਸਮੁਦਾਇ ਤੋਂ ਜਾਂ ਸਰਕਾਰ ਤੋਂ ਰਾਜ ਦਾ ਅੰਤਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।